हेलो डियर स्टूडेंट्स, वेरी गुड आफ्टरनून टू एवरीवन। मैं सुदीक्षा ਤੁਹਾਡਾ ਸਵਾਗਤ ਕਰਦੀ ਹਾਂ ਗਿਆਨਮ ਪੰਜਾਬ ਦੇ YouTube ਪਲੇਟਫਾਰਮ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਲੈਕਚਰਰ ਕੈਡਰ ਦਾ ਹੁਣ ਜੋ ਅਪਡੇਟਡ ਨਿਊ ਸਿਲੇਬਸ ਹੈ ਦੈਟ ਇਜ਼ ਆਊਟ ਆਲਰੇਡੀ, ਰਾਈਟ। ਸੋ ਇਸ ਵੀਡੀਓ ਦੇ ਵਿੱਚ ਆਪਾਂ ਸਿਲੇਬਸ ਨੂੰ ਡਿਸਕਸ ਕਰਾਂਗੇ। ਵੀ ਵਿਲ ਬੀ ਕੰਪੇਅਰਿੰਗ ਦ ਸਿਲੇਬਸ ਕਿ ਅਰਲੀਅਰ ਕੀ ਸਿਲੇਬਸ ਮੈਂਸ਼ਨ ਸੀਗਾ ਤੇ ਹੁਣ ਜੋ ਹੈ ਕਿਹੜੇ ਟੌਪਿਕਸ ਨੂੰ ਰਿਡਿਊਸ ਕਰਤਾ ਗਿਆ ਹੈ ਐਂਡ ਵਾਟ ਟੌਪਿਕਸ ਆਰ ਨਿਊਲੀ ਐਡਡ ਟੂ ਦ ਸਿਲੇਬਸ, ਰਾਈਟ। ਡੀਪਲੀ ਉਹਨੂੰ ਐਨਾਲਾਈਜ਼ ਕਰਾਂਗੇ ਤਾਂ ਕਿ ਇੱਕ ਬੈਟਰ ਸਟ੍ਰੈਟਜੀ ਬਣਾ ਕੇ ਜਿਹੜਾ ਹੈ ਆਪਾਂ ਆਪਣੀ ਪ੍ਰਿਪਰੇਸ਼ਨ ਨੂੰ ਅੱਗੇ ਵਧਾ ਸਕੀਏ, ਰਾਈਟ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੋ ਬੇਸਿਕ ਯੂਨਿਟ ਤੋਂ, ਰਾਈਟ। ਜੋ ਸਭ ਤੋਂ ਪਹਿਲੀ ਯੂਨਿਟ ਹੈ ਦੈਟ ਇਜ਼ ਦ ਬੇਸਿਕ ਯੂਨਿਟ ਆਫ ਦ ਲਾਈਫ ਦੈਟ ਇਜ਼ ਨੋਨ ਐਜ਼ ਅ ਸੈਲ। ਜੇ ਆਪਾਂ ਸੈਲ ਨੂੰ ਦੇਖੀਏ, ਸੈਲ ਦਾ ਸਭ ਤੋਂ ਪਹਿਲਾਂ ਅਲਟਰਾ ਸਟਰਕਚਰ ਜੋ ਹੈ ਦੈਟ ਹੈਜ਼ ਟੂ ਬੀ ਕਲੀਅਰਡ, ਹੈ ਨਾ। ਅਲਟਰਾ ਸਟਰਕਚਰ ਨੂੰ ਪੜਨ ਤੋਂ ਬਾਅਦ ਜੋ ਸੈਲ ਥਿਊਰੀ ਹੈ, ਪ੍ਰੋਕੈਰੀਓਟਿਕ ਯੂਕੈਰੀਓਟਿਕ ਸੈਲ, ਇਹਨਾਂ ਦੇ ਵਿੱਚ ਤੁਸੀਂ ਡਿਫਰੈਂਸ਼ੀਏਟ ਕਰਨਾ ਹੈ। ਦੈਨ ਮੈਂਬਰੇਨ, ਜੋ ਮੈਂਬਰੇਨ ਹੈ ਸੈਲ ਥਿਊਰੀ ਦੇ ਨਾਲ ਹੀ ਇਹ ਟੌਪਿਕ ਜਿਹੜਾ ਹੈ ਕਵਰ ਹੋ ਜਾਂਦਾ ਹੈ। then there comes the cell transport, endomembrane system, cell organelles, ਜਿੰਨੀਆਂ ਵੀ cell organelles ਹੈ ਉਹਨਾਂ ਦਾ ਕੀ structure ਰਹੇਗਾ, ਕੀ function ਰਹੇਗਾ, that has to be studied in this particular part, ਠੀਕ ਹੈ। ਇਸ ਤੋਂ ਬਾਅਦ cell ਦੇ ਨਾਲ ਹੀ ਚੈਪਟਰ ਆ ਜਾਏਗਾ ਤੁਹਾਡਾ ਬਾਇਓਮੋਲੀਕਿਊਲਸ ਦਾ। ਬਾਇਓਮੋਲੀਕਿਊਲਸ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਮੈਕਰੋਮੋਲੀਕਿਊਲਸ, ਸਟਰਕਚਰ, ਕਲਾਸੀਫਿਕੇਸ਼ਨ और जो बायोलॉजिकल इंपॉर्टेंस है प्रोटीन्स दी दैट हैज टू बी स्टडीड हेयर, ठीक है। फिर कार्बोहाइड्रेट, न्यूक्लिक एसिड एंड लिपिड्स, ये सारे मैक्रोमोलिक्यूल्स आ जाएंगे जो कि तुसी इत्थे की करने हैं, स्टडी करने हैं, ठीक है, जिन्हां नूं तुसी कंप्लीट करना है। देखो सुपरफिशियली टॉपिक्स नूं मेंशन किया होया है, यू हैव टू गो थ्रू द कंटेंट इन वेरी डेप्थ ताकि उन्हां दा जो कंसेप्चुअल अंडरस्टैंडिंग है हो सके स्पेसिफिकली फॉर दिस पर्टिकुलर टॉपिक बायोमोलिक्यूल्स। इट इज वेरी इंपॉर्टेंट, राइट। इस तो बाद एंजाइम आ जाएगा। एंजाइम ਦੇ ਲਈ ਤੁਸੀਂ ਉਹਨਾਂ ਦਾ ਕਲਾਸੀਫਿਕੇਸ਼ਨ ਸਿਸਟਮ ਪੜ੍ਹਨਾ ਹੈ ਐਂਡ ਪ੍ਰੋਪਰਟੀਜ਼ ਪੜ੍ਹਨੀ ਹੈ। ਜ਼ਿਆਦਾ ਡੈਪਥ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਕੰਪੀਟੀਟਿਵ, ਨਾਨ ਕੰਪੀਟੀਟਿਵ, km ਵੈਲਿਊਜ਼, ਰਾਈਟ, ਮਾਈਕਲ ਮੈਂਟਨਸ ਇਕੁਏਸ਼ਨ, ਇਹਨਾਂ ਜ਼ਿਆਦਾ ਡੈਪਥ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਯੂ ਹੈਵ ਟੂ ਸੁਪਰਫਿਸ਼ਲੀ ਕਵਰ ਦ ਐਂਜ਼ਾਈਮ ਟੌਪਿਕ, ਪ੍ਰੋਪਰਟੀਜ਼ ਐਂਡ ਕਲਾਸੀਫਿਕੇਸ਼ਨ। thereafter cell cycle and cell division, पूरा chapter ਦਾ ਨਾਮ ਹੀ mention ਕੀਤਾ ਹੋਇਆ। that means you have to cover this particular part as well in detail, right, ਠੀਕ ਹੈ। ਇਹ part ਵੀ ਤੁਸੀਂ detail ਦੇ ਵਿੱਚ cover ਕਰੋਗੇ ਜਿਹਦੇ ਵਿੱਚ ਸਾਰੇ cell cycle ਦੇ ਹੋਣ ਵਾਲੇ ਜੋ events हैं ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ। after that reproduction topic has been mentioned। देखो ਹੁਣ जो reproduction topic है ਇਹਦੇ ਵਿੱਚ ਸਭ ਤੋਂ ਪਹਿਲੀ basic unit add ਕੀਤੀ ਹੈ which is earlier present as well, that is reproduction in the organisms, ठीक है। organisms ਦੇ ਵਿੱਚ, lower organisms ਦੇ ਵਿੱਚ ਕਿਸ ਤਰੀਕੇ ਦਾ reproduction ਜੋ ਹੈ ਇੱਥੇ ਹੋਏਗਾ that has to be discussed here। after that sexual reproduction in the flowering plants, जो human reproduction है, these are the chapters which are already given, that has to covered। फिर reproductive health आ जाएगा। जो रिप्रोडक्टिव हेल्थ वाला टॉपिक है ਇਹਦੇ ਵਿੱਚ ਜੋ ਟੌਪਿਕ ਇਨਕਲੂਡਡ ਰਹੇਗਾ that is the topic of the contraceptives, type of contraceptive, gift, ਇਹ ਸਾਰੀ ਟੈਕਨੀਕਸ ਜੋ ਅਰਲੀਅਰ ਸਿਲੇਬਸ ਸੀਗਾ ਉਹਦੇ ਵਿੱਚ ਹਰ ਇੱਕ ਟੌਪਿਕ ਨੂੰ ਕਲੀਅਰਲੀ ਮੈਂਸ਼ਨ ਕੀਤਾ ਸੀ, ਹੈ ਨਾ। ਹੁਣ ਜੋ ਸਿਲੇਬਸ ਆਇਆ ਹੈ ਉਹਦੇ ਵਿੱਚ ਸਿਰਫ ਜੋ ਟੌਪਿਕ ਦਾ ਨਾਮ ਹੈ, ਚੈਪਟਰ ਦਾ ਨਾਮ ਹੈ ਜਾਂ ਯੂਨਿਟ ਦਾ ਨਾਮ ਹੈ that is given only this is the difference here। the things has to be studied in the same manner। ਫਿਰ ਦੇਖੋ ਪਲਾਂਟ ਫਿਜ਼ੀਓਲੋਜੀ ਨੂੰ ਡਿਸਕਸ ਕਰਦੇ ਹਾਂ। if we look into the plant physiology ਵਾਲੇ ਯੂਨਿਟ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਟਰਾਂਸਪੋਰਟ ਇਨ ਪਲਾਂਟਸ। ਹੁਣ ਇਹ ਸਪੈਸੀਫਾਈ ਕਰਤਾ ਕਿ ਟਰਾਂਸਪੋਰਟ ਇਨ ਪਲਾਂਟਸ ਵਾਲੇ ਚੈਪਟਰ ਦੇ ਵਿੱਚ ਤੁਸੀਂ ਡਿਫਿਊਜ਼ਨ ਦਾ ਕਨਸੈਪਟ ਕਲੀਅਰ ਕਰਨਾ ਹੈ। ਉਸ ਤੋਂ ਬਾਅਦ ਆਸਮੋਸਿਸ, ਟ੍ਰਾਂਸਪੀਰੇਸ਼ਨ, that has to be covered, only this much। ट्रांसपीरेशन की थियोरीज भी आएंगियां। ट्रांसपीरेशन का मैकेनिज्म इज इंपॉर्टेंट। ट्रांसपीरेशन तो रिलेटेड जो स्ट्रक्चर है दैट आर आल्सो इंपॉर्टेंट हियर, ठीक है, राइट। फिर तुसी मिनरल एंड न्यूट्रिशन, दिस इज अगेन न्यू चैप्टर। मिनरल न्यूट्रिशन ਦੇ ਵਿੱਚ ਜਦੋਂ ਆਪਾਂ ਡਿਫੀਸ਼ੀਐਂਸੀ ਸਿੰਪਟਮਸ ਨੂੰ ਕਵਰ ਕਰਦੇ ਹਾਂ, ਰਾਈਟ। ਸੋ ਦਿਸ ਇਜ਼ ਅਗੇਨ ਵਨ ਆਫ ਦ ਚੈਪਟਰ ਵਿਚ ਇਜ਼ ਰਿਟਨ ਹੇਅਰ। then photosynthesis ਨੂੰ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਇਹਨਾਂ ਨੇ ਕਲੈਰੀਫਾਈ ਕੀਤਾ ਹੈ that you have to cover the chloroplast first। क्लोरोप्लास्ट ਦਾ स्ट्रक्चर ਤੇ ਤੁਸੀਂ ਵੈਸੇ ਵੀ ਸੈੱਲ ਵਾਲੇ ਚੈਪਟਰ ਵਿੱਚ ਕਰ ਲੋਗੇ। then there comes the equation ਕਿ photosynthesis ਦੀ ਇਕੁਏਸ਼ਨ ਕੀ ਹੁੰਦੀ ਹੈ, ਰਾਈਟ। ਫੈਕਟਰਸ ਕਿਹੜੇ ਰਹਿਣਗੇ ਜੋ ਕਿ ਫੋਟੋਸਿੰਥੇਸਿਸ ਨੂੰ ਇੱਥੇ ਇਫੈਕਟ ਕਰ ਰਹੇ ਹਨ। then ਲਾਈਟ ਰਿਐਕਸ਼ਨ ਕੀ ਰਹੇਗੀ, ਯਾਨੀ ਕਿ ਲਾਈਟ ਐਬਜ਼ੌਰਪਸ਼ਨ ਜੋ ਹੈ ਉਹ ਆਪਾਂ ਕਿਸ ਤਰੀਕੇ ਨਾਲ ਕਰਵਾਈਏ। ਲਾਈਟ ਐਬਜ਼ੌਰਪਸ਼ਨ ਦੇ ਲਈ ਫੋਟੋਸਿਸਟਮਸ, ਫੋਟੋਲਾਈਸਿਸ, ਕੀਮੋਓਸਮੋਸਿਸ ਐਂਡ ਫੋਸਫੋਰਾਈਲੇਸ਼ਨ, ਇਹ ਸਾਰੇ ਸਟੈਪਸ ਨੂੰ ਤੁਸੀਂ ਕਵਰ ਕਰਨਾ ਹੈ ਜੋ ਕਿ ਲਾਈਟ ਰਿਐਕਸ਼ਨ ਦਾ ਪਾਰਟ ਹੁੰਦੇ ਹਨ। followed by dark reaction। जब आप dark reaction देखिए, dark reaction ਦੇ ਵਿੱਚ carbon fixation is important, ठीक है।
जो कार्बन फिक्सेशन है, कैल्विन साइकिल है, C4 साइकिल किस तरीके नाल रन कर रहा है, कैम साइकिल, कैम प्लांट्स या फोटो रेस्पिरेशन जो है किस तरीके नाल हो रहा है, दैट हैज टू बी कवर्ड इन द दिस पर्टिकुलर पार्ट हियर। ठीक है, सो दिस इज ऑल अबाउट द फोटोसिंथेसिस। फोटोसिंथेसिस वैसे भी काफी ज्यादा इंपॉर्टेंट टॉपिक ਹੁੰਦਾ ਹੈ, सो ਇੱਥੇ ਤੁਸੀਂ ਲਾਈਟ ਐਂਡ ਡਾਰਕ ਰਿਐਕਸ਼ਨ ਨੂੰ ਸੈਪਰੇਟਲੀ ਜਿਹੜਾ ਹੈ ਕਵਰ ਕਰਨਾ ਹੈ। ਇਸ ਤੋਂ ਬਾਅਦ ਜੋ ਯੂਨਿਟ ਮੈਂਸ਼ਨ ਕੀਤੀ ਹੋਈ ਹੈ that is of the respiration, plant physio ਦੇ ਵਿੱਚ respiration ਦੇ ਵਿੱਚ you have to do the cycle of glycolysis, 10 steps ਰਹਿਣਗੇ। ਇਹਨਾਂ ਦੇ ਵਿੱਚ ਜੋ enzyme ਵਾਲਾ part ਹੈ that is very important। ਠੀਕ ਹੈ, ਕਿਸ ਸਟੈਪ ਦਾ ਕੀ ਸਿਗਨੀਫੀਕੈਂਸ ਰਹੇਗਾ ਉਹ ਚੀਜ਼ ਜਿਹੜੀ ਹੈ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। followed by Krebs cycle, then ETS, this has to be covered here। then thereafter plant growth and development, this is present। ठीक है, जो plant growth and development वाला ਤੁਹਾਡਾ टॉपिक रहेगा, growth regulators आ जाएंगे ਇਹਦੇ ਵਿੱਚ, that is auxins, gibberellins, cytokinins, ethylene, ABA, that is stress hormone, this is present। ਇਹਨਾਂ ਦਾ function ਕੀ structure ਹੈ, ਕਿੱਥੋਂ origin ਹੋਇਆ, history, ਇਹ ਸਾਰੀਆਂ ਚੀਜ਼ਾਂ ਤੁਸੀਂ ਇਸ topic ਦੇ ਵਿੱਚ cover ਕਰੋਗੇ। followed by photorespiration, photoperiodism। ठीक है, this topic has to be combined with the vernalization। ਦੋਨਾਂ ਨੂੰ ਤੁਸੀਂ ਪੜ੍ਹ ਕੇ ਕਿਸ ਟਾਈਪ ਦਾ ਪਲਾਂਟ ਹੈ that you need to define, ਕਿ ਐਗਜ਼ਾਮਪਲਸ ਦੇ ਨਾਲ ਤੁਸੀਂ ਇਹਨੂੰ ਕੀ ਕਰ ਸਕਦੇ ਹੋ, ਇੱਥੇ ਕੰਪਲੀਟ ਕਰ ਸਕਦੇ ਹੋ। ਫਿਰ ਦੇਖੋ ਇਕੋਲੋਜੀ ਵਾਲੀ ਯੂਨਿਟ ਆ ਜਾਂਦੀ ਹੈ। ਇਕੋਲੋਜੀ ਵਾਲੀ ਯੂਨਿਟ ਦੇ ਵਿੱਚ ਸਭ ਤੋਂ ਪਹਿਲਾਂ ਆਰਗੈਨਿਜ਼ਮ ਐਂਡ ਇਨਵਾਇਰਨਮੈਂਟ, ਦਿਸ ਇਜ਼ ਦ ਹੋਲ ਚੈਪਟਰ ਵਿਚ ਇਜ਼ ਮੈਂਸ਼ਨਡ ਹੇਅਰ। ਆਰਗੈਨਿਜ਼ਮ ਐਂਡ ਪੋਪੂਲੇਸ਼ਨ ਚੈਪਟਰ ਦਾ ਨਾਮ ਹੈ, ਰਾਈਟ। ਸੋ ਉਹਦੇ ਵਿੱਚ ਕਿਹੜੇ ਪੋਪੂਲੇਸ਼ਨ ਐਟਰੀਬਿਊਟਸ ਨੂੰ ਡਿਸਕਸ ਕੀਤਾ ਹੋਇਆ ਹੈ, that has to be clear here। आफ्टर दैट पॉपुलेशन इंटरैक्शन देखो कि किस तरीके की रहेगी, है ना। फिर इकोसिस्टम का स्ट्रक्चर की हुंदा है, फंक्शन की हुंदा है, बेसिक स्ट्रक्चर। देन जो कॉम्पिटिटिव एक्सक्लूशन दी थ्योरी है वो किस तरीके नाल एक्सप्लेन की गई है। देन प्रिंसिपल्स की रहणगे इकोलॉजी दे, जिहदे विच आपां एलन ज़लून नूं स्टडी करदे हां, जो साइज दे अकॉर्डिंग जो है चेंज करेगा। देन इकोलॉजिकल सक्सेशन सब तो ज़्यादा इंपॉर्टेंट टॉपिक रहेगा पूरी इकोलॉजी का। इकोलॉजिकल सक्सेशन इज वन ऑफ द वेरी इंपॉर्टेंट टॉपिक। then followed by biodiversity and its conservation, again पूरा टॉपिक ऐड किया होया है, जिहदे विच तुसी biodiversity दे कुछ पैटर्न्स नू फॉलो करोगे, ओनू कंप्लीट करोगे। then you will be doing the importance of the biodiversity, causes की है, loss of biodiversity की है, that has to be covered here। ठीक है, after that environmental issues वाला टॉपिक, that is pollution, air pollution and water pollution। then global warming की है, ग्रीन हाउस इफेक्ट, दैट हैज टू कवर, राइट। फिर ओजोन डिप्लीशन आ जाएगा, डिफॉरेस्टेशन आ जाएगा। ये सारे टॉपिक जिहड़े हैं इत्थे यू हैव टू कवर देम, राइट। आफ्टर दिस देखो हुण डाइवर्सिटी वाले टॉपिक दे विच की मैंशन किया होया है। ये तुहाडा वैसे फर्स्ट यूनिट है 11th क्लास दे विच, पूरा डाइवर्सिटी एंड लिविंग वर्ल्ड सेम यूनिट जिहड़ा इत्थे मैंशन किया है, बट स्पेसिफाई करता है कुछ टॉपिक्स नूं, दैट हैज टू बी कवर्ड। सो तुसी प्रायोरिटी बेसिस ते इस टॉपिक ਨੂੰ ਇੱਥੇ ਕਵਰ ਕਰ ਸਕਦੇ ਹੋ। ਫਰਸਟ ਯੂ ਨੀਡ ਟੂ ਸਟਾਰਟ ਵਿਦ ਦ ਬਾਇਓਲੋਜੀ, that what is the meaning and relevance of the biology, ਜਿਹਦੇ ਵਿੱਚ ਤੁਸੀਂ ਥੋੜਾ ਹਿਸਟੋਰੀਕਲ ਬੈਕਗ੍ਰਾਉਂਡ ਐਕਸਪਲੋਰ ਕਰੋਗੇ ਕਿ ਬਾਇਓਲੋਜੀ ਦੀ ਸ਼ੁਰੂਆਤ ਕਿੱਦਾਂ ਹੋਈ ਸੀ, how we have come to the concept of the species, then taxonomical hierarchy ਦਾ concept ਕੀ ਰਹੇਗਾ। systematic topics ਨੂੰ ਚੰਗੀ ਤਰ੍ਹਾਂ ਕਰ ਲਿਓ। systematic ਦਾ introduction, importance and objective ਕੀ ਰਹਿਣਗੇ। of course एक अप्रोच है टैक्सोनॉमी दी, राइट, कि किस तरीके दी अप्रोच जिहड़ी है सिस्टमैटिक्स दे विच प्रेजेंट हुंदी है। then classification of living organism, this has to be done। classification दे विच 2 kingdom classification पहला करांगे, फिर 3 kingdom classification, then RH Whittaker दा 5 kingdom classification आ जाएगा। ठीक है, फिर nomenclature दे की रूल्स है, बायोनॉमियल nomenclature दा सिस्टम जो है वो केड़े-केड़े रूल्स नूं फॉलो करदा है। then असेलुलर पैथोजेंस जो है वो की रहणगे, what are cellular pathogens, ਜਿਹਦੇ ਵਿੱਚ viruses, viroids and prions ਨੂੰ ਆਪਾਂ ਕਵਰ ਕਰਦੇ ਹਾਂ ਡਿਟੇਲ ਦੇ ਵਿੱਚ। prions ਵਾਲਾ ਟੌਪਿਕ ਇੰਪੋਰਟੈਂਟ ਰਹੇਗਾ, ਕਲੀਅਰਲੀ ਮੈਂਸ਼ਨ ਕਰਤਾ ਹੈ ਸਬ ਵਾਇਰਲ ਏਜੰਟਸ ਨੂੰ, ਤੇ ਇਸ ਟੌਪਿਕ ਨੂੰ ਜ਼ਰੂਰ ਪੜ੍ਹ ਕੇ ਜਾਇਓ। ਠੀਕ ਹੈ, followed by monera ਦੇ ਵਿੱਚ archaebacteria and cyanobacteria, which is a true bacteria actually। ਇਹ ਦੋਨਾਂ ਕੈਟਾਗਰੀਜ਼ ਦੇ ਵਿੱਚ ਜੋ ਇਹਨਾਂ ਦਾ ਜਰਨਲ ਸਟਰਕਚਰ ਹੈ that you need to cover here। ठीक है, जर्नल स्ट्रक्चर ਨੂੰ ਕਰਨ ਤੋਂ ਬਾਅਦ ਅਕਰੈਂਸ ਕੀ ਹੈ, यानी कि हैबिटेट ਇੱਥੇ ਕੀ ਰਹਿਣ ਵਾਲਾ ਹੈ, ਰੀਪਰੋਡਕਸ਼ਨ ਕੀ ਰਹੇਗੀ एंड इकोनॉमिक इंपॉर्टेंस जो है ਇੱਥੇ ਕੀ ਰਹਿਣ ਵਾਲੀ ਹੈ, that has to be covered। after this you have to do the kingdom protista। kingdom protista ਦੇ ਵਿੱਚ ਕੁਝ ਜਰਨਲ ਫੀਚਰਸ ਆ ਜਾਣਗੇ ਇਹਦੇ। ਫਿਰ ਇਹਦੇ ਅਕਰੈਂਸ ਜੋ ਹੈ, यानी कि अगेन हैबिटेट,
राइट, रिप्रोडक्शन किस तरीके दी होएगी, इकोनॉमिक इंपॉर्टेंस किस तरीके दी होएगी किंगडम प्रोटिस्टा दे विच, दिस थिंग्स हैज टू बी कवर्ड. सेम थिंग्स आई थिंक यू हैव टू कवर फॉर द किंगडम फंजाई एज वेल. लेट्स लुक इनटू दैट. किंगडम फंजाई, किंगडम फंजाई दे लिए भी देखो क्लासिफिकेशन आ गया. इकोनॉमिक इंपॉर्टेंस आई टोल्ड यू बहुत ज्यादा इंपॉर्टेंट है इकोनॉमिक इंपॉर्टेंस ऑफ द फंजाई, राइट. देन किंगडम प्लांटे दे विच एल्गे तो शुरू करांगे. एल्गे दे विच वी विल बी बिगिनिंग विद द वॉलवॉक्स एंड ब्लू ग्रीन एल्गी. इन्हां नूं तुसीं डिटेल विच एज अ मॉडल जो है कंप्लीट करना है, ठीक है जी. देन इट इज फॉलोड बाय द ब्रायोफाइट्स. ब्रायोफाइट्स दे विच मार्केंटिया, फ्यूनेरिया एंड एंथोसिरोस जो इन्हां दी मेन 3 क्लासेस रहणगियां, उन्हां नूं तुसीं इत्थे डिटेल दे विच पढ़ोगे. देन फंगस नूं दोबारा तो ईस्ट एंड एग्रीकस, दिस हैज टू बी कवर्ड. देन टेरिडोफाइट्स आ जाएंगे. ਇਹਦੇ ਵਿੱਚ जो स्नेजुलेला एंड इक्विस्टियम है, ये 2 स्पीशीज जो होणगियां इन्हां नूं कवर करियो, ठीक है. फिर आ जाएगा थोड़ा जिम्नोस्पर्म्स, दैट इज साइकस, पाइनस एंड एफिड्रा, राइट, ठीक है. जर्नल स्ट्रक्चर की है, दैट इज रिप्रोडक्शन एंड इकोनॉमिक इंपॉर्टेंस. इस टॉपिक नूं भी यू हैव टू कवर इन द किंगडम प्लांटे. इन्हां दे स्ट्रक्चर्स नूं जो है कंप्लीट करना है. फॉलोड बाय किंगडम एनिमिलिया, फॉलोड बाय किंगडम एनिमिलिया. किंगडम एनिमिलिया दे विच जो नॉन कॉर्डेट्स है, इन्हां दा जो क्लासिफिकेशन है अप टू फाइलम लेवल, दैट हैज टू डन. सिर्फ फाइलम लेवल तक. ऑर्डर्स क्लासेस ज्यादा डिटेल दे विच जाने की लोड़ नहीं है. स्पेसिफाई करते हैं फाइलम लेवल तक, ते फाइलम दे ही कैरेक्टर्स नूं तुसीं ज्यादा ध्यान दो, ठीक है. कॉर्डेट्स नूं तुसीं क्लास लेवल तक जो है कंप्लीट करना है. कॉर्डेट्स हैज टू बी स्टडीड अप टू क्लास लेवल. आफ्टर द स्ट्रक्चरल ऑर्गेनाइजेशन वाला टॉपिक जो है इत्थे आ जाएगा. इन द केस ऑफ प्लांट्स, प्लांट्स दे विच पहला मॉर्फोलॉजी एंड एनाटॉमी दैट हैज टू बी कवर्ड. मॉर्फोलॉजी दी मॉडिफिकेशंस, रूट दी, स्टेम दी, लीफ दी, इनफ्लोरेसेंस की है, किस तरीके दा फ्लावर दा स्ट्रक्चर प्रेजेंट है, फ्रूट्स एंड सीड्स किस तरीके दे रहेंगे, है ना. एनाटॉमी की है, प्लांट्स दी डाइकॉट है या मोनोकॉट है. स्टेम स्ट्रक्चर, रूट, लीफ, प्राइमरी एंड सेकेंडरी ग्रोथ दा पैटर्न की रहने वाला है इत्थे. दिस हैज टू बी कवर्ड. फैमिलीज आ जाएंगियां जिहदे विच एंजियोस्पर्म्स आ जाएगी. इत्थे चंगी गल यह है कि थानू स्पेसिफाई करता कि सिर्फ 4 फैमिलीज ही थानू करनियां हैं. पहली फैमिली फैबेसी फैमिली, सोलेनेसी फैमिली, लिलिएसी फैमिली एंड पोएसी फैमिली. सो दीज आर द फैमिलीज विच यू हैव टू कवर इन द फैमिलीज ऑफ द प्लांट, ठीक है. बहुत ईजी फैमिलीज होंदियां हैं. फिर स्ट्रक्चर ऑर्गेनाइजेशन एनिमल्स दे विच. हुण एनिमल्स वाला जो टॉपिक इत्थे दिता होया है, कॉकरोच एंड फ्रॉग एंड अर्थवर्म, ये मॉडल्स नूं दिता है. एनसीईआरटी भी इसे मॉडल की गल करती है, इसे मॉडल नूं एक्सप्लेन करती है. इन्हां दी तुसीं मॉर्फोलॉजी करनी है पहला, फिर एनाटॉमी करनी है, फिर फंक्शन की है, इन्हां दे विच जो सिस्टम्स है, ऑर्गन सिस्टम वो किस तरीके दे नाल फंक्शन कर रहे हैं, दैट हैज टू कवर हियर, ठीक है. फॉलोड बाय ह्यूमन फिजियोलॉजी. ह्यूमन फिजियोलॉजी सब तो फेवरेट टॉपिक हुंदा है सारिਆਂ ਦਾ. टॉपिक्स के तौर पे मेंशन किए हुए हैं चैप्टर्स. सब तो पहला चैप्टर डाइजेशन एब्जॉर्प्शन एज इट इज मेंशन किया गया है. इन्हों डिटेल दे विच जरूर पढ़ के जाओ. ब्रीदिंग एंड एक्सचेंज ऑफ गैसेस, बॉडी फ्लूइड्स एंड सर्कुलेशन, एक्सक्रीशन एंड ऑस्मोरेगुलेशन, देन लोकोमोशन एंड मूवमेंट, ठीक है. ये टॉपिक आ जाएंगे ह्यूमन फिजियोलॉजी दे. कुछ होर टॉपिक भी रहेंगे इत्थे, जिद्दां कि न्यूरल कंट्रोल एंड कोऑर्डिनेशन, ठीक है. फॉलोड बाय केमिकल कंट्रोल एंड कोऑर्डिनेशन, जिहदे विच एंडोक्राइन सिस्टम आपां सिर्फ ह्यूमन दे नाल कंसर्न जो है वो पढ़ना है. देन जेनेटिक्स एंड एवोल्यूशन सब तो लंबा यूनिट हुंदा है, बट जेनेटिक्स दे विच मेंडेलियन इनहेरिटेंस नूं कवर करके जीन मैपिंग दित्ती गई है. जीन मैपिंग नूं करोगे, फिर इन्हां दी जो क्वांटिटेटिव जेनेटिक्स है दैट यू विल बी कवरिंग. आफ्टर दैट जो क्रोमोसोमल थ्योरी है ऑफ इनहेरिटेंस दैट यू विल बी डूइंग, ठीक है. फिर आ जाएगा सेक्स डिटर्मिनेशन, म्यूटेशन एंड जेनेटिक डिसऑर्डर्स. बहुत इंपॉर्टेंट टॉपिक है जेनेटिक डिसऑर्डर्स वाला, पक्का क्वेश्चन आएगा. नेक्स्ट देखो मॉलिक्यूलर बेसिस ऑफ इनहेरिटेंस, डीएनए, आरएनए, रेप्लिकेशन करनी है तुसी इन्हां स्ट्रक्चर्स दी. यू हैव टू डू द प्रोसेस ऑफ ट्रांसक्रिप्शन, ट्रांसलेशन. जेनेटिक कोड की हुंदा है, इन्हां दे की फीचर्स रहेंगे, दैट हैज टू कवर. देन रेगुलेशन ऑफ द जीन एक्सप्रेशन किस तरीके नाल होएगा, लैक ऑपरॉन, ट्रिप्टोफैन वाला ऑपरॉन, है ना. देन जीनोम, ह्यूमन जीनोम प्रोजेक्ट आ जाएगा. डीएनए फिंगरप्रिंटिंग जिन्हों आप सदन ब्लॉटिंग भी कहते हैं, दिस टेक्निक हैज टू डन. आफ्टर दैट इवोल्यूशन, एवोल्यूशन नु जे आप देखिए ओरिजिन ऑफ लाइफ वाली थ्योरी तो शुरू करांगे. एडप्टिव रेडिएशन, पैरेलल इवोल्यूशन, डार्विन थ्योरी, राइट.
मॉडर्न सिंथेटिक थ्योरी करनी है, फिर हार्डी विंगबर्ग ਦਾ प्रिंसिपल आ जाएगा एंड मैन ਦਾ ਇਵੋਲੂਸ਼ਨ ਕਿਸ ਤਰੀਕੇ ਦੇ ਨਾਲ ਹੋਇਆ। ਹੁਣ ਦੇਖੋ ਇਸ ਟੌਪਿਕ ਨੂੰ ਵੀ ਥੋੜਾ ਜਿਹਾ ਰਿਡਿਊਸ ਜਿਹੜਾ ਹੈ ਇੱਥੇ ਕਰਤਾ ਹੈ, ਰਾਈਟ, ਬਟ ਦ topics which are included they has to be studied in very depth, followed by biology which is in human welfare, ਇਹਦੇ ਵਿੱਚ human health and जो common diseases वाला chapter है immunity तो concerned हो आ जाएगा। vaccines, type of vaccines, latest vaccine technologies ਇਹਨਾਂ ਨੂੰ डिटेल ਦੇ ਵਿੱਚ ਪੜ੍ਹ ਕੇ ਜਾਇਓ। cancer, HIV, AIDS, drug and alcohol abuse that has to be covered in detail, right। ਫਿਰ improvement ਕੀ ਹੈ food production ਦੇ ਵਿੱਚ, ਇਹਨੂੰ डिटेल ਦੇ ਵਿੱਚ ਕਰਿਓ। microbes in the household product that has to be covered in detail, industrial product, sewage treatment, production of the biogas, microbes, biocontrol agents and biofertilizers, ठीक है। ਇਹ ਸਾਰੇ टॉपिक्स जो है ਇੱਥੇ ਆ ਜਾਣਗੇ, है ना। ਫਿਰ ਦੇਖੋ ਨੈਕਸਟ ਬਾਇਓਟੈਕਨੋਲੋਜੀ। ਹੁਣ ਬਾਇਓਟੈਕਨੋਲੋਜੀ ਵਾਲਾ ਜਿਹੜਾ ਯੂਨਿਟ ਹੈ ਨਾ, ਇਹਦੇ ਵਿੱਚ ਤੁਸੀਂ जेनेटिक इंजीनियरिंग तो शुरू करना है। जेनेटिक इंजीनियरिंग में काफी सारे स्टेप्स होंगे हैं, स्पेसिफाई करके लिखता है कुछ स्टेप्स ਨੂੰ। ਰਿਕੰਬੀਨੈਂਟ ਡੀਐਨਏ ਟੈਕਨੋਲੋਜੀ ਵਾਲਾ ਸਟੈਪ ਜੋ ਹੈ ਡਿਟੇਲ ਦੇ ਵਿੱਚ ਕਰੋਗੇ ਤੁਸੀਂ। ਇਹਦੇ ਕੀ ਪ੍ਰਿੰਸੀਪਲਸ ਰਹਿਣਗੇ, ਕਿਹਨਾਂ ਟੂਲਸ ਦੇ ਉੱਪਰ ਇਹ ਡਿਪੈਂਡੈਂਟ ਹੈ, ਕੁਝ ਟੂਲਸ ਆ ਜਾਣਗੇ ਇੱਥੇ ਐਂਡ ਦੈਨ ਪ੍ਰੋਸੈਸਸ ਆ ਜਾਏਗਾ। ਯਾਨੀ ਕਿ ਬਾਇਓਟੈਕਨੋਲੋਜੀ ਦਾ ਪੂਰਾ ਕੰਪਲੀਟ ਯੂਨਿਟ ਹੀ ਤੁਹਾਨੂੰ ਇੱਥੇ ਜਿਹੜਾ ਹੈ ਕੰਪਲੀਟ ਕਰਨਾ ਹੈ। ਦੈਨ ਇਸ ਟੈਕਨੋਲੋਜੀ ਦੇ ਕੀ ਐਪਲੀਕੇਸ਼ਨਸ ਰਹਿਣਗੀਆਂ, that has to be covered, है ना, कि what are the applications in the medicine and in the agriculture। so जो ट्रांसजेनिक प्लांट है या एनिमल है या बायो सेफ्टी एथिक्स ਨੂੰ ਆਪਾਂ ਦੇਖੀਏ, ਰਾਈਟ। ਇਹਦੇ ਨਾਲ ਫਿਰ ਬਾਇਓ ਪੇਟੈਂਟ ਐਂਡ ਬਾਇਓ ਪੇਰੇਸੀ ਵਰਗੇ ਕੁਝ ਟਰਮਸ ਆ ਜਾਂਦੀਆਂ ਹਨ which is almost theoretical part that has to covered here। ਹੁਣ ਇਹ ਸਾਰੇ ਟੌਪਿਕਸ ਜੋ ਤੁਹਾਨੂੰ ਦਿੱਤੇ ਹੈ, if you have analyzed the topics well, ਠੀਕ ਹੈ, ਇਹ ਸਾਰੇ ਟੌਪਿਕਸ ਤੁਹਾਡੇ ਸਾਰੇ ਯੂਨਿਟਸ ਜੋ ਹੈ 11th ਐਂਡ 12th ਸਟੈਂਡਰਡ ਦੇ ਯੂਨਿਟਸ ਜੋ ਹੈ ਰਹਿਣ ਵਾਲੇ ਹੈ ਨਾ। ਜੇ ਆਪਾਂ ਇੱਕ ਵਾਰੀ ਇਹਨੂੰ ਦੇਖੀਏ ਦੁਬਾਰਾ ਤੋਂ, biotechnology is mentioned in 12th standard, this unit is mentioned in again 12th standard, genetics भी evolution भी 12th standard ਦੇ ਵਿੱਚ mentioned ਹੈ। ਹਿਊਮਨ ਫਿਜ਼ੀਓਲੋਜੀ ਜੇ ਤੁਸੀਂ ਦੇਖੋਗੇ NCERT of 11th class ਦੇ ਵਿੱਚ ਲਾਸਟ ਯੂਨਿਟ mentioned ਰਹੇਗਾ, ਰਾਈਟ। ਸਟਰਕਚਰ ਆਰਗੇਨਾਈਜੇਸ਼ਨ ਵੀ ਐਨੀਮਲ ਦਾ ਜੋ ਹੈ ਕਾਕਰੋਚ, ਅਰਥ ਐਂਡ ਫਰੌਗ ਦੇ ਮॉडल्स ਜੋ ਹੈ ਤੁਹਾਡਾ ਸੇਮ 11th ਸਟੈਂਡਰਡ ਦੇ ਵਿੱਚ ਮੈਂਸ਼ਨਡ ਹੈ, ਰਾਈਟ। ਸਟਰਕਚਰ ਆਰਗੇਨਾਈਜੇਸ਼ਨ ਆਫ ਪਲਾਂਟ, ਮੋਰਫੋਲੋਜੀ ਐਂਡ ਅਨਾਟਮੀ ਅਗੇਨ 11th ਸਟੈਂਡਰਡ ਦਾ ਟੌਪਿਕ ਹੈ। ਐਨੀਮਲ ਕਿੰਗਡਮ, ਪਲਾਂਟ ਕਿੰਗਡਮ, ਫॉलोड ਬਾय ਕਿੰਗਡਮ ਫੰਜਾਈ, ਪ੍ਰੋਟਿਸਟਾ, ਮੋਨੇਰਾ, ਫਿਰ ਕਲਾਸੀਫਿਕੇਸ਼ਨ ਕਿਸ ਤਰੀਕੇ ਨਾਲ ਕਰਨਾ ਹੈ, ਸਾਰੇ ਟੌਪਿਕ ਤੁਹਾਡੇ 11th ਕਲਾਸ ਦੇ ਹੈ। ਇਸ ਤੋਂ ਬਾਅਦ जो नेक्स्ट इकोलॉजी एंड इन्वायरमेंट है, इकोलॉजी एंड इन्वायरमेंट इज गिवन इन योर 12th क्लास, लास्ट यूनिट है 12th क्लास की, ठीक है। फॉलोड बाय देन प्लांट फिजियोलॉजी आ जाएगी ना। प्लांट फिजियोलॉजी जो है थोड़ा ये सारा टॉपिक प्लांट फिजियोलॉजी वाला that has been given in your 11th standard again। ह्यूमन फिजियोलॉजी तो थोड़ा जिहा पहला। रिप्रोडक्शन टोटली डिटेल दे विच डिस्कस्ड है इन क्लास 12th स्टैंडर्ड। then basic cell ਦੀ theory ਤੋਂ related and ਇਹ ਸਾਰੇ ਤਿੰਨੋਂ chapters ਜੋ ਇੱਥੇ mention ਕੀਤੇ ਗਏ ਹਨ, ਇਹ ਵੀ ਤੁਹਾਡੇ 11th class ਦਾ ਹੀ part ਹੈ। if you look into the books NCERT of 11th class and 12th class, 11th class ਦੀ weightage ਇੱਥੇ ਜ਼ਿਆਦਾ ਰਹੇਗੀ ਕਿਉਂਕਿ ਉਹਦਾ syllabus ਜੋ ਹੈ ਤੁਹਾਡੇ syllabus ਦੇ ਵਿੱਚ ਜ਼ਿਆਦਾ mention ਕੀਤਾ ਗਿਆ ਹੈ, ਠੀਕ ਹੈ। Plant physiology, human physiology are very important topics for the 11th standard। Taxonomy भी उधर आ रही है, kingdoms भी उधर आ रहे हैं। पेपर ਦਾ मेजर पार्ट ਜੇ ਤੁਸੀਂ ਦੇਖੋਗੇ ਨਾ ਇਹਨਾਂ ਚੈਪਟਰਸ ਦੇ ਉੱਪਰ ਹੀ ਬੇਸਡ ਰਹਿਣ ਵਾਲਾ ਹੈ। So I will be suggesting you go for these chapters first। ਬਾਕੀ ਤੁਹਾਡੀ ਆਪਣੀ ਸਟ੍ਰੈਟਜੀ ਹੋ ਸਕਦੀ ਹੈ, ਜੋ ਤੁਹਾਨੂੰ ਈਜ਼ੀ ਲੱਗਦਾ ਹੈ you can move like that as well। बट जेनेटिक्स एंड इवोल्यूशन जो तुम देखोगे ये इधर द टॉपिक्स है which needs lot of conceptual understanding, especially the genetics, right। and पूरा इथे डिटेल ਦੇ ਵਿੱਚ मेंशन ਕੀਤਾ ਹੋਇਆ genetics ਦੇ ਵਿੱਚ you have to cover the chromosomal disorders, genetic disorders, replication, transcription, ਜਿਹਦੇ ਵਿੱਚ ਬਹੁਤ ਜ਼ਿਆਦਾ rote memory ਲੱਗਦੀ ਹੈ, you need to memorize lot of things, है ना। सो ਇਹ ਟੌਪਿਕਸ ਨੂੰ ਤੁਸੀਂ ਸਟੈਪ ਬਾय ਸਟੈਪ ਜੋ ਹੈ ਪ੍ਰੋਸੀਡ ਕਰ ਸਕਦੇ ਹੋ ਆਪਣੇ ਅਕੋਰਡਿੰਗ। ਜੋ ਜੈਨੇਟਿਕਸ ਕਰਨਾ ਚਾਹੁੰਦਾ ਹੈ ਪਹਿਲਾਂ ਉਹ ਜੈਨੇਟਿਕਸ ਕਰ ਸਕਦਾ ਹੈ। 12th क्लास ਦੇ ਵਿੱਚ ਜੈਨੇਟਿਕਸ ਦੀ weightage ਔਰ ਇਕੋਲੋਜੀ ਦੀ weightage ਸਭ ਤੋਂ ਜ਼ਿਆਦਾ ਜਿਹੜੀ ਹੈ ਰਹਿਣ ਵਾਲੀ ਹੈ। ਸੋ ਦਿਸ ਵਾਸ योर ओवरऑल सिलेबस। कोई खास ज़्यादा चेंज नहीं है, बस इथे स्पेसिफाई करता है दैट यू हैव टू डू दीज टॉपिक्स।
बट नाउ द थिंग इज कि सारा सिलेबस 11th एंड 12th क्लास ਦਾ ਹੈ ਬਟ ਆਪਾਂ ਪੜ੍ਹੀਏ ਕੀ ਐਨਸੀਈਆਰਟੀ ਸਫੀਸ਼ੀਐਂਟ ਹੈ? ਵਾਟ ਡੂ ਯੂ ਥਿੰਕ ਆਫ ਇਟ? ਐਨਸੀਈਆਰਟੀ ਸਫੀਸ਼ੀਐਂਟ ਹੋਏਗੀ ਪੇਪਰ ਦੇ ਲਈ? ਜੇ ਆਪਾਂ ਐਨਸੀਈਆਰਟੀ ਨੂੰ ਦੇਖੀਏ ਨਾ, ਫੀਲ ਲਾਈਕ एनसीईआरटी ਨੂੰ ਆਪਣੀ ਇੱਕ ਬੇਸਿਕ ਬੁੱਕ ਬਣਾ ਲਓ, ਰੈਫਰੈਂਸ ਬੁੱਕ ਬਣਾ ਲਓ, ਠੀਕ ਹੈ? ਉਸ ਰੈਫਰੈਂਸ ਬੁੱਕ ਤੋਂ you can collect the data, you can use it as a revision purpose ਕਿ ਤੁਸੀਂ ਰਿਵਾਈਜ਼ ਕਰ ਰਹੇ ਹੋ, ਤੁਸੀਂ ਫੈਕਟਸ ਨੂੰ ਯਾਦ ਕਰ ਰਹੇ ਹੋ, ਐਨਸੀਈਆਰਟੀ ਨੂੰ ਲਾਈਨ ਟੂ ਲਾਈਨ ਯਾਦ ਕਰ ਰਹੇ ਹੋ। that is a good strategy if you are preparing for एनसीईआरटी। एनसीईआरटी ਤੋਂ ਪੜਨ ਤੋਂ ਬਾਅਦ ਆਪਣੇ ਕਨਸੈਪਟਸ ਨੂੰ ਕਲੀਅਰ ਕਰਨ ਤੋਂ ਬਾਅਦ ਸਾਈਡ ਬਾय ਸਾਈਡ ਤੁਸੀਂ ਕਿਸੇ ਇੰਸਟੀਚਿਊਟ ਦੇ ਮੋਡਿਊਲਸ ਤੋਂ ਹੈਲਪ ਲੈ ਸਕਦੇ ਹੋ, ਕਿਸੇ ਇੰਸਟੀਚਿਊਟ ਦੇ ਸਟੱਡੀ ਮਟੀਰੀਅਲ ਤੋਂ ਹੈਲਪ ਲੈ ਸਕਦੇ ਹੋ। ਇਟ ਕੁਡ ਬੀ ਐਨੀ, ਠੀਕ ਹੈ? ਤਾਂ ਕਿ ਜੋ ਟੌਪਿਕ ਤੁਸੀਂ ਕਵਰ ਕਰ ਰਹੇ ਹੋ ਉਸ ਟੌਪਿਕ ਦੀ ਡੈਪਥ ਨੌਲੇਜ, ਡਿਟੇਲਡ ਨੌਲੇਜ, ਕਨਸੈਪਚੁਅਲ ਕਲੈਰਿਟੀ ਜਿਹੜੀ ਹੈ ਤੁਹਾਨੂੰ ਮਿਲੇ। ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅਟੈਂਪਟ ਮਲਟੀਪਲ ਚੋਇਸ ਕੁਐਸਚਨਸ, ਉਹ ਵੀ ਉਸ ਕੰਡੀਸ਼ਨ ਦੇ ਵਿੱਚ when all the 4 options are familiar, ਠੀਕ ਹੈ? ਜੇ ਤੁਸੀਂ ਡਿਟੇਲ ਦੇ ਵਿੱਚ ਪੜਿਆ ਹੋਇਆ ਇਹ ਚੀਜ਼ਾਂ ਨੂੰ ਤਾਂ ਹੀ ਤੁਹਾਨੂੰ ਉੱਥੇ ਪੇਪਰ ਦੇ ਵਿੱਚ ਚੀਜ਼ਾਂ ਸਟ੍ਰਾਈਕ ਕਰਨਗੀਆਂ। ਓਕੇ, ਰਾਈਟ? ਇਹ ਤੇ ਇੱਕ ਗੱਲ ਹੋ ਗਈ ਤੁਹਾਡੇ ਸਟੱਡੀ ਮਟੀਰੀਅਲ ਦੀ। ਨਾਓ whenever you are doing any topic, ਉਸ ਟੌਪਿਕ ਨੂੰ ਕਰਨ ਤੋਂ ਬਾਅਦ ਮੇਕ ਅ ਟੈਸਟ, ਆਪਣਾ ਇੱਕ ਟੈਸਟ ਜੋ ਹੈ you can give test related to some any topic, chapter wise ਕਰ ਸਕਦੇ ਹੋ, you can go unit wise as well, and ਉਸ ਟੈਸਟ ਨੂੰ ਤੁਸੀਂ ਉੱਥੇ ਕੰਪਲੀਟ ਕਰ ਸਕਦੇ ਹੋ, ਠੀਕ ਹੈ? Right? So this is the few things which you keep in mind. Next point comes is about the revision. Revision is must. Especially ਤੁਸੀਂ ਉਦਾਂ ਦੇ ਟੌਪਿਕਸ ਤੋਂ ਸਟਾਰਟ ਕਰੋ ਜਿਨ੍ਹਾਂ ਨੂੰ ਯਾਦ ਕਰਨਾ ਮੁਸ਼ਕਿਲ ਹੈ, ਜਿਨ੍ਹਾਂ ਨੂੰ ਯਾਦ ਕਰਨ ਦੇ ਵਿੱਚ ਟਾਈਮ ਲੱਗੇਗਾ। You can begin with the taxonomy. ਟੈਕਸੋਨਮੀ ਤੋਂ ਸ਼ੁਰੂ ਕਰਕੇ ਜੋ ਐਨੀਮਲ ਕਿੰਗਡਮ, ਪਲਾਂਟ ਕਿੰਗਡਮ, ਇਹ ਸਾਰੇ ਟੌਪਿਕਸ ਹੈ ਨਾ, ਇਹਨਾਂ ਦੀ ਐਗਜ਼ਾਮਪਲਸ ਯਾਦ ਕਰਨੀਆਂ ਮੁਸ਼ਕਿਲ ਹੁੰਦੀਆਂ ਐਂਡ ਇਹਨਾਂ ਤੋਂ ਇੱਕ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈ ਨਾ? ਸੋ ਕੀ ਕਰੋ, ਆਪਣੀ ਇੱਕ ਅਲੱਗ ਮੈਮਰੀ ਸ਼ੀਟਸ ਪ੍ਰਿਪੇਅਰ ਕਰਨਾ ਸ਼ੁਰੂ ਕਰੋ। ਮੈਮਰੀ ਸ਼ੀਟਸ ਦੇ ਵਿੱਚ ਐਗਜ਼ਾਮਪਲਸ ਲਿਖ ਲਓ ਕਿ ਹਾਂ ਦਿਸ ਇਜ਼ ਦ ਕੰਟੈਂਟ ਜੋ ਕਿ ਮੈਂ ਪੇਪਰ ਤੋਂ ਪਹਿਲਾਂ ਰਿਵਾਈਜ਼ ਕਰਨਾ ਹੈ, ਜਾਂ ਫਿਰ ਮੈਂ ਹਫਤੇ 'ਚ 2 ਵਾਰੀ ਇਸ ਸ਼ੀਟ ਨੂੰ ਰਿਵਾਈਜ਼ ਕਰਨਾ ਹੈ, ਐਂਡ ਇਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਯਾਦ ਹੋਣੀਆਂ ਜਿਹੜੀਆਂ ਹਨ ਸ਼ੁਰੂ ਹੋ ਜਾਣਗੀਆਂ, ਠੀਕ ਹੈ? So if you are a beginner, you are preparing after a long time, काफी gap है, begin with the NCERTs. NCERT तो अपना वो chapter complete करके read that chapter from the modules, ठीक है? modules तो read करने तो बाद go for a test, analyze करो कि कित्थे गलती हुई, उस topic ਨੂੰ दोबारा revise करो। You have plenty of time, syllabus आ चुका है, targeted रिवीजन करके, टारगेटेड तैयारी करके ਤੁਸੀਂ ਇਸ ਐਗਜ਼ਾਮ ਨੂੰ ਬਹੁਤ ਈਜ਼ੀਲੀ ਕੁਆਲੀਫਾਈ ਕਰ ਸਕਦੇ ਹੋ, ਰਾਈਟ? ਦਿਸ ਇਜ਼ ਦ ਗੋਲਡਨ ਓਪਰਚੁਨਿਟੀ ਫॉर all of you, and these are my some tips to you, and as we have discussed the syllabus, so ਇਸ ਤਰੀਕੇ ਦੇ ਨਾਲ you can proceed, and if you feel any difficulty, कोई query है, you want to talk or anything, do let me know in the comment section as well, ठीक है? And we all are here for you to make you prepare well for the exam, right? So this was the syllabus, and my best wishes are with all of you. Okay ji, bye bye and take care.